Attention Outlook। ਚੰਦਰਮਾ ਦੀਆਂ ਤਿਥੀਆਂ ਨੂੰ ਮੁੱਖ ਰੱਖਦੇ ਹੋਏ ਗੁਰੂ ਅਰਜਨ ਸਾਹਿਬ ਦੁਆਰਾ ਲਿਖੀ ਹੋਈ ਬਾਣੀ ਅਸੀਂ ਪੜ੍ਹਦੇ ਪਏ ਹਾਂ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 298ਵੇਂ ਅੰਗ ਤੇ ਵਿਰਾਜਮਾਨ 4 ਸ਼ਬਦ 4 ਪੌੜੀਆਂ ਅਸੀਂ ਪੜ੍ਹਾਂਗੇ, ਜਿਹੜੀਆਂ ਕਿ 7, 8, 9ਵੀਂ ਅਤੇ 10ਵੀਂ ਤਿਥੀ ਨੂੰ ਆਧਾਰ ਬਣਾ ਕੇ ਲਿਖੀਆਂ ਗਈਆਂ ਹਨ। ਸ਼ੁਰੂ ਕਰਦੇ ਹਾਂ। ਸ਼ਲੋਕ। ਸੰਤ ਮੰਡਲ ਹਰ ਜਸ ਕਥੈ, ਬੋਲੇ ਸਤ ਸੁਭਾਏ, ਨਾਨਕ ਮਨ ਸੰਤੋਖੀਐ, ਏਕਸ ਸਿਉ ਲਿਵ ਲਾਏ। ਸੰਤ ਮੰਡਲ ਭਾਵ ਕਿ ਸੰਤਾਂ ਦੀ ਮੰਡਲੀ, ਹਰ ਜਸ ਕਥੈ ਸੰਤ ਜਨਾਂ ਦੀ ਜੋ ਮੰਡਲੀ ਹੈ, ਜਿੱਥੇ ਇੱਕ ਤੋਂ ਵੱਧ ਸੰਤ ਜਨ ਇਕੱਠੇ ਹੋ ਕੇ ਬੈਠ ਗਏ ਜਾਂ ਖੜ ਗਏ, ਉਹ ਸੰਤ ਮੰਡਲੀ ਬਣ ਗਈ। ਉਹ ਹਮੇਸ਼ਾ ਹੀ ਪਰਮਾਤਮਾ ਦੀ ਸਿਫਤ ਸਲਾਹ ਉਚਾਰਦੇ ਹਨ, ਹਰ ਜਸ ਕਥਦੇ ਹਨ। ਬੋਲੇ ਸਤ ਸੁਭਾਏ ਭਾਵ ਕਿ ਪ੍ਰੇਮ ਦੇ ਵਿੱਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ। ਹੇ ਨਾਨਕ, ਜੇਕਰ ਅਸੀਂ ਉਸ ਇੱਕ ਪਰਮਾਤਮਾ ਦੇ ਨਾਲ ਆਪਣੀ ਲਿਵ ਲਾਈ ਰੱਖੀਏ, ਆਪਣੀ ਸੁਰਤ ਜੋੜੀ ਰੱਖੀਏ, ਤਾਂ ਸਾਡਾ ਮਨ ਸ਼ਾਂਤ ਰਹਿੰਦਾ ਹੈ। ਨਾਨਕ ਮਨ ਸੰਤੋਖੀਐ, ਏਕਸ ਸਿਉ ਲਿਵ ਲਾਏ। ਜਦੋਂ ਸਾਡੀ ਲਿਵ ਉਸ ਪਰਮਾਤਮਾ ਦੇ ਨਾਲ ਲੱਗ ਜਾਏ ਤੇ ਉਹ ਪਰਮਾਤਮਾ ਤੇ ਸਦਾ ਕਾਇਮ ਰਹਿਣ ਵਾਲਾ ਹੈ, ਉਹਦੇ ਤੇ ਸੁਭਾਅ ਦੇ ਵਿੱਚ ਵੀ ਕੋਈ ਤਬਦੀਲੀ ਨਹੀਂ ਆਉਂਦੀ। ਉਹ ਤੇ ਜਿਸ ਪ੍ਰਕਾਰ ਸਾਨੂੰ ਅੱਜ ਤਰਜੀਹ ਦੇ ਰਿਹਾ ਹੈ, ਜਿਸ ਪ੍ਰਕਾਰ ਦਾ ਵਿਵਹਾਰ ਸਾਡੇ ਨਾਲ ਉਹ ਅੱਜ ਕਰ ਰਿਹਾ ਹੈ, ਉਹ ਕੱਲ੍ਹ ਵੀ ਇਸ ਪ੍ਰਕਾਰ ਦਾ ਹੀ ਕਰੇਗਾ। ਉਹਦੇ ਸੁਭਾਅ ਦੇ ਵਿੱਚ ਕਦੇ ਤਬਦੀਲੀ ਨਹੀਂ ਆਣੀ। ਤੇ ਨਾ ਹੀ ਪਰਮਾਤਮਾ ਕੋਈ ਐਸੀ ਸ਼ੈ ਹੈ ਜੋ ਸਾਡੇ ਤੋਂ ਕਦੇ ਖੁੱਸ ਜਾਏਗੀ। ਤੇ ਅਜਿਹੀ ਸ਼ੈ ਦੇ ਨਾਲ ਜਦ ਅਸੀਂ ਆਪਣੀ ਲਿਵ ਜੋੜਾਂਗੇ, ਆਪਣੀ ਸੁਰਤ ਜੋੜਾਂਗੇ, ਤੇ ਸ਼ਾਂਤੀ ਤੇ ਆਪਣੇ ਆਪ ਹੀ ਬਣੀ ਰਹੇਗੀ। ਜਦੋਂ ਅਸੀਂ ਸੰਸਾਰਿਕ ਵਸਤੂਆਂ, ਸੰਸਾਰਿਕ ਜੀਵਾਂ ਦੇ ਨਾਲ ਆਪਣੀ ਸੁਰਤ ਜੋੜਦੇ ਹਾਂ, ਉਹਨਾਂ ਦੇ ਵਿੱਚ ਆਪਣਾ ਮੋਹ ਪਾਉਂਦੇ ਹਾਂ, ਤੇ ਉਹਨਾਂ ਦੀ ਇੱਕ ਮਿਆਦ ਹੁੰਦੀ ਹੈ। ਉਹਨਾਂ ਦੇ ਖੁੱਸ ਜਾਣ ਦਾ ਵੀ ਡਰ ਹੁੰਦਾ ਹੈ। ਉਹਨਾਂ ਨੇ ਇੱਕ ਨਾ ਇੱਕ ਦਿਨ ਤੇ ਖੁੱਸ ਹੀ ਜਾਣਾ ਹੁੰਦਾ ਹੈ। ਉਹਨਾਂ ਦਾ ਸੁਭਾਅ ਵੀ ਇੱਕ ਪ੍ਰਕਾਰ ਦਾ ਨਹੀਂ ਰਹਿੰਦਾ, ਉਹ ਵੀ ਬਦਲਦਾ ਰਹਿੰਦਾ ਹੈ। ਕੋਈ ਇਨਸਾਨ ਅੱਜ ਜੇਕਰ ਸਾਨੂੰ ਪਿਆਰ ਸਹਿਤ ਬੋਲ ਰਿਹਾ ਹੈ, ਸਾਡੇ ਨਾਲ ਚੰਗਾ ਵਿਵਹਾਰ ਕਰ ਰਿਹਾ ਹੈ, ਜ਼ਰੂਰੀ ਨਹੀਂ ਕਿ ਕੱਲ੍ਹ ਨੂੰ ਵੀ ਉਹ ਸਾਡੇ ਨਾਲ ਅਜਿਹਾ ਹੀ ਵਿਵਹਾਰ ਕਰੇ, ਕਿਉਂਕਿ ਸੁਭਾਅ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਤੇ ਉਹ ਤਬਦੀਲੀ ਸਾਨੂੰ ਕਈ ਵਾਰ ਤੰਗ ਵੀ ਕਰ ਜਾਂਦੀ ਹੈ, ਸਾਨੂੰ ਅਸ਼ਾਂਤੀ ਵੀ ਪ੍ਰਦਾਨ ਕਰ ਜਾਂਦੀ ਹੈ। ਇਸੇ ਲਈ ਜਦ ਤੱਕ ਸਾਡੀ ਸੁਰਤ ਦੁਨਿਆਵੀ ਵਸਤਾਂ ਅਤੇ ਜੀਵਾਂ ਦੇ ਵਿੱਚ ਲੱਗੀ ਹੋਈ ਹੈ, ਸਾਨੂੰ ਪਰਮ ਸ਼ਾਂਤੀ ਨਹੀਂ ਮਿਲ ਸਕਦੀ। ਜਿਸ ਦਿਨ ਸਾਡੀ ਸੁਰਤ ਉਸ ਇੱਕ ਪਰਮਾਤਮਾ ਦੇ ਨਾਲ ਜੁੜ ਗਈ, ਜਿਹੜਾ ਕਿ ਸਥਿਰ ਹੈ, ਜਿਹਦੇ ਵਿੱਚ ਕਦੇ ਕੋਈ ਤਬਦੀਲੀ ਨਹੀਂ ਆਉਂਦੀ, ਤਾਂ ਮਨ ਦੇ ਵਿੱਚ ਪਰਮ ਸ਼ਾਂਤੀ ਆਪਣੇ ਆਪ ਹੀ ਬਣ ਜਾਂਦੀ ਹੈ। ਪੌੜੀ। ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਹੇ ਭੰਡਾਰ, ਸੰਤ ਸੰਗਤ ਮਹਿ ਪਾਈਐ, ਅੰਤ ਨਾ ਪਾਰਾਵਾਰ। ਸਪਤਮ ਭਾਵ ਕਿ 7ਵੀਂ ਤਿਥੀ, ਪੰਜਾਬੀ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਸੱਤੇ ਵੀ ਕਿਹਾ ਜਾਂਦਾ ਹੈ। ਸਪਤਮ ਦਾ ਸੱਸਾ ਲੈ ਕੇ ਗੁਰੂ ਜੀ ਨੇ ਪਹਿਲੇ ਸੰਤ ਮੰਡਲ ਦੀ ਗੱਲ ਕੀਤੀ ਹੈ, ਤੇ ਹੁਣ ਸੰਚੋ ਦੀ ਗੱਲ ਕੀਤੀ ਹੈ। ਸੰਚੋ ਤੋਂ ਭਾਵ ਇਕੱਠਾ ਕਰਨਾ। ਸਪਤਮ ਸੰਚੋ ਨਾਮ ਧਨ। ਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਦਾ ਨਾਮ ਧਨ ਇਕੱਠਾ ਕਰੋ। ਟੂਟ ਨਾ ਜਾਹੇ ਭੰਡਾਰ। ਇਹ ਇੱਕ ਅਜਿਹਾ ਧਨ ਹੈ, ਇੱਕ ਅਜਿਹੀ ਚੀਜ਼ ਹੈ ਜਿਸ ਦੇ ਭੰਡਾਰ ਉਸ ਪਰਮਾਤਮਾ ਦੇ ਕੋਲ ਬਹੁਤ ਵੱਡੇ ਨੇ, ਕਦੇ ਖਤਮ ਨਹੀਂ ਹੋਣੀ। ਸੋ ਤੁਸੀਂ ਕਦੇ ਵੀ ਇਸ ਗੱਲ ਦੀ ਫਿਕਰ ਨਹੀਂ ਕਰ ਸਕੋਗੇ ਕਿ ਜੇਕਰ ਮੈਂ ਇਕੱਠਾ ਕਰਦਾ ਗਿਆ ਤੇ ਕਿਤੇ ਖਤਮ ਨਾ ਹੋ ਜਾਏ। ਇਹ ਕੋਈ ਦੁਨਿਆਵੀ ਵਸਤੂ ਨਹੀਂ ਜਿਸ ਦੇ ਭੰਡਾਰ ਕਦੇ ਖਤਮ ਹੋ ਸਕਦੇ ਨੇ। ਇਹ ਪਰਮਾਤਮਾ ਦਾ ਨਾਮ ਧਨ ਹੈ, ਇਹਦੇ ਭੰਡਾਰ ਕਦੇ ਵੀ ਖਤਮ ਨਹੀਂ ਹੁੰਦੇ। ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਹੇ ਭੰਡਾਰ। ਪਰ ਜੋ ਚੇਤੇ ਰੱਖਣ ਵਾਲੀ ਗੱਲ ਹੈ ਉਹ ਇਹ ਹੈ ਕਿ ਇਹ ਨਾਮ ਧਨ ਸੰਤ ਸੰਗਤ ਦੇ ਵਿੱਚੋਂ ਪ੍ਰਾਪਤ ਕੀਤਾ ਜਾਂਦਾ ਹੈ। ਸੰਤ ਸੰਗਤ ਮਹਿ ਪਾਈਐ, ਅੰਤ ਨਾ ਪਾਰਾਵਾਰ।
ਭਾਵ ਕਿ ਉਸ ਪ੍ਰਮਾਤਮਾ ਦਾ ਨਾਮ ਧਨ ਹੈ ਇਹ, ਜਿਸ ਦੇ ਗੁਣਾਂ ਦਾ ਕੋਈ ਅੰਤ ਨਹੀਂ, ਜਿਸ ਦੇ ਸਰੂਪ ਦਾ ਕੋਈ ਉਰਲਾ ਪਰਲਾ ਬੰਨਾ ਨਹੀਂ ਹੈ। ਆਪ ਤਜੋ ਗੋਬਿੰਦ ਭਜੋ, ਸ਼ਰਨ ਪਰੋ ਹਰਿ ਰਾਏ, ਦੁੱਖ ਹਰੈ ਭਵ ਜਲ ਤਰੈ, ਮਨ ਚਿੰਦਿਆ ਫਲ ਪਾਏ। ਗੁਰੂ ਜੀ ਸਾਨੂੰ ਹਦਾਇਤ ਕਰਦੇ ਹੋਏ ਕਹਿੰਦੇ ਹਨ ਕਿ ਹੇ ਭਾਈ, ਆਪਣਾ ਆਪਾ ਭਾਵ ਦੂਰ ਕਰਕੇ ਉਸ ਪ੍ਰਮਾਤਮਾ ਦਾ ਭਜਨ ਕਰਦੇ ਰਹੋ, ਪ੍ਰਭੂ ਪਾਤਸ਼ਾਹ ਦੀ ਸ਼ਰਨ ਪਏ ਰਹੋ। ਜਿਹੜਾ ਵੀ ਮਨੁੱਖ ਪ੍ਰਭੂ ਦੀ ਸ਼ਰਨ ਦੇ ਵਿੱਚ ਪਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਮਨ ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ। ਸੰਸਾਰ ਸਮੁੰਦਰ ਕੀ ਹੈ, ਇਸ ਬਾਰੇ ਦੇ ਵਿੱਚ ਆਪਣੇ ਚੈਨਲ ਤੇ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਇੱਕ ਵੀਡੀਓ ਪਈ ਹੈ, ਉਹ ਤੁਸੀਂ ਵੇਖ ਸਕਦੇ ਹੋ। ਮਨ ਚਿੰਦਿਆ ਫਲ, ਇਹਦੇ ਬਾਰੇ ਵਿੱਚ ਆਪਾਂ ਪਿਛਲੇ ਕਈ ਅੰਗਾਂ ਦੇ ਵਿੱਚ ਬੜੇ ਵਿਸਥਾਰ ਪੂਰਵਕ ਵਿਆਖਿਆ ਕਰ ਚੁੱਕੇ ਹਾਂ ਤੇ ਮੈਨੂੰ ਉਮੀਦ ਹੈ ਤੁਸੀਂ ਜ਼ਰੂਰ ਸੁਣੀ ਹੋਏਗੀ ਤੇ ਹੁਣ ਤੁਸੀਂ ਇਸ ਫਲਸਫੇ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੋਵੋਗੇ। ਸੋ ਅੱਗੇ ਚੱਲਦੇ ਹਾਂ। ਆਠ ਪਹਿਰ ਮਨ ਹਰ ਜਪੈ, ਸਫਲ ਜਨਮ ਪਰਵਾਨ, ਅੰਤਰ ਬਾਹਰ ਸਦਾ ਸੰਗ, ਕਰਨਾ ਹਾਰ ਪਛਾਣ। ਜਦੋਂ ਮਨੁੱਖ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਜਪਦਾ ਹੈ, ਉਹਦਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ, ਕਾਮਯਾਬ ਹੋ ਜਾਂਦਾ ਹੈ ਤੇ ਪ੍ਰਮਾਤਮਾ ਦੀ ਦਰਗਾਹ ਤੇ ਵੀ ਉਹ ਮਨੁੱਖ ਕਬੂਲ ਹੋ ਜਾਂਦਾ ਹੈ। ਅਸੀਂ ਸਾਰੇ ਹੀ ਮਨੁੱਖ ਹਾਂ, ਇਸ ਧਰਤੀ ਦੇ ਉੱਪਰ ਆਪਣਾ ਜੀਵਨ ਕੱਟ ਰਹੇ ਹਾਂ, ਜਿਉਂ ਰਹੇ ਹਾਂ। ਕਈ ਮਨੁੱਖ ਜੀਵਨ ਦੇ ਵਿੱਚ ਬੜੇ ਗਰੀਬ ਹੀ ਪੈਦਾ ਹੁੰਦੇ ਹਨ ਤੇ ਗਰੀਬ ਹੀ ਰਹਿ ਜਾਂਦੇ ਹਨ। ਕਈ ਗਰੀਬ ਪੈਦਾ ਹੋ ਕੇ ਬੜੀਆਂ ਉੱਚੀਆਂ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਦੁਨਿਆਵੀ ਪੱਧਰ ਤੇ ਦੇਖਿਆ ਜਾਏ ਤੇ ਬੜੀ ਸਫਲਤਾ ਹਾਸਲ ਕਰ ਲੈਂਦੇ ਹਨ ਤੇ ਕਈ ਅਜਿਹੇ ਵੀ ਹੁੰਦੇ ਹਨ ਜੋ ਬੜੇ ਅਮੀਰ ਪੈਦਾ ਹੋ ਕੇ ਤੇ ਕੰਗਾਲ ਵੀ ਹੋ ਜਾਂਦੇ ਹਨ। ਮਨੁੱਖੇ ਜਨਮ ਦੀ ਜੋ ਸਫਲਤਾ ਹੈ, ਉਹ ਇਸ ਗੱਲ ਵਿੱਚ ਨਹੀਂ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਕੀ ਹਾਸਲ ਕਰ ਲਿਆ, ਦੁਨਿਆਵੀ ਪੱਧਰ ਤੇ ਤੁਸੀਂ ਕੀ ਪਦ ਹਾਸਲ ਕਰ ਲਿਆ, ਕੋਈ ਪਦਵੀ ਹਾਸਲ ਕਰ ਲਈ, ਕਿੰਨੀ ਧਨ ਦੌਲਤ ਹਾਸਲ ਕਰ ਲਈ, ਇਹ ਸਫਲਤਾ ਨਹੀਂ। ਮਨੁੱਖੇ ਜਨਮ ਦੀ ਅਸਲ ਸਫਲਤਾ ਇਹ ਹੈ ਕਿ ਕੀ ਤੁਸੀਂ ਆਪਣੇ ਮਨ ਨੂੰ ਸਥਿਰ ਕਰ ਲਿਆ ਹੈ ਕਿ ਨਹੀਂ। ਆਪਣੇ ਜੀਵਨ ਸਫ਼ਰ ਦੇ ਵਿੱਚ ਉਸ ਗਹਿਰੇ ਧਰਾਤਲ ਨੂੰ ਛੋਹ ਲਿਆ ਹੈ ਕਿ ਨਹੀਂ, ਜਿੱਥੇ ਜਾ ਕੇ ਜੀਵਨ ਦੇ ਉਤਾਰ ਚੜ੍ਹਾਅ ਤੁਹਾਨੂੰ ਤੰਗ ਨਹੀਂ ਕਰਦੇ, ਤੁਹਾਨੂੰ ਚਿੰਤਿਤ ਨਹੀਂ ਕਰਦੇ, ਤੁਹਾਨੂੰ ਦੁਖੀ ਨਹੀਂ ਕਰਦੇ, ਵੱਡੇ ਤੋਂ ਵੱਡੀਆਂ ਖੁਸ਼ੀਆਂ ਵੀ ਤੁਹਾਨੂੰ ਉਛਲਣ ਨਹੀਂ ਲਾ ਦਿੰਦੀਆਂ। ਤੁਸੀਂ ਸਮਤਲ ਹੀ ਰਹਿੰਦੇ ਹੋ, ਸਥਿਰ ਹੀ ਰਹਿੰਦੇ ਹੋ। ਇਹ ਵਾਲਾ ਧਰਾਤਲ ਜਦੋਂ ਤੁਸੀਂ ਛੋਹ ਲਿਆ, ਹਾਸਿਲ ਕਰ ਲਿਆ, ਉਸ ਦਿਨ ਅਸੀਂ ਕਹਾਂਗੇ ਕਿ ਅਸੀਂ ਆਪਣਾ ਮਨੁੱਖਾ ਜਨਮ ਸਫਲ ਕਰ ਲਿਆ ਹੈ। ਦੁਨਿਆਵੀ ਸਫਲਤਾ ਤੇ ਕੋਈ ਵੀ ਹਾਸਲ ਕਰ ਸਕਦਾ ਹੈ, ਦੁਨਿਆਵੀ ਪੱਧਰ ਤੇ ਮਿਹਨਤ ਕਰਕੇ ਉਹ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ, ਪਰ ਇਹ ਮਾਨਸਿਕ ਸਫਲਤਾ ਕਠਿਨ ਹੈ। ਇਹਦਾ ਰਸਤਾ ਸਾਨੂੰ ਧਰਮ ਵਿੱਚੋਂ ਹੀ ਮਿਲਦਾ ਹੈ। ਇਸੇ ਲਈ ਚਾਰ ਪਦਾਰਥਾਂ ਦੀ ਜਦੋਂ ਗੱਲ ਹੁੰਦੀ ਹੈ, ਉਹਨਾਂ ਦੇ ਵਿੱਚੋਂ ਇੱਕ ਧਰਮ ਹੈ, ਕਿਉਂਕਿ ਸਾਡੇ ਜਨਮ ਨੂੰ ਸਫਲ ਕਰਨ ਦਾ ਜੋ ਗੁਰ ਹੈ, ਉਹ ਸਾਨੂੰ ਹੋਰ ਕਿਸੇ ਵੀ ਵਿੱਦਿਆ 'ਚੋਂ ਨਹੀਂ ਮਿਲਦਾ, ਧਰਮ 'ਚੋਂ ਮਿਲਦਾ ਹੈ। ਇਹੀ ਕਾਰਨ ਹੈ ਕਿ ਧਰਮ ਜ਼ਰੂਰੀ ਹੈ। ਸੋ ਆਠ ਪਹਿਰ ਮਨ ਹਰ ਜਪੈ, ਸਫਲ ਜਨਮ ਪਰਵਾਨ, ਅੰਤਰ ਬਾਹਰ ਸਦਾ ਸੰਗ। ਜੋ ਪ੍ਰਮਾਤਮਾ ਅੰਦਰ ਬਾਹਰ ਸਦਾ ਸਾਡੇ ਨਾਲ ਹੈ, ਸਾਡੇ ਅੰਦਰ ਵੀ ਵਸਦਾ ਹੈ, ਸਾਡੇ ਬਾਹਰ ਵੀ ਵਸਦਾ ਹੈ, ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਮੌਜੂਦ ਹੈ, ਜੋ ਕਰਨਾ ਹਾਰ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਕੁਝ ਕਰਦਾ ਵੀ ਹੈ ਇਸ ਸ੍ਰਿਸ਼ਟੀ ਦੇ ਵਿੱਚ, ਉਹਦੀ ਸਾਡੇ ਨਾਲ ਪਛਾਣ ਹੋ ਜਾਂਦੀ ਹੈ, ਉਹ ਸਾਡਾ ਮਿੱਤਰ ਬਣ ਜਾਂਦਾ ਹੈ। ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ। ਗੁਰੂ ਜੀ ਕਹਿੰਦੇ ਕਿ ਸਾਡਾ ਸੱਚਾ ਮਿੱਤਰ, ਸੱਚਾ ਸੱਜਣ, ਸੱਚਾ ਸਖਾ ਉਹੀ ਹੈ ਜੋ ਸਾਨੂੰ ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਣਾ ਦੇਵੇ। ਨਾਨਕ ਤਿਸ ਬਲਿਹਾਰਣੈ, ਹਰ ਹਰ ਨਾਮ ਜਪੇ।
ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਹੈ, ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ। ਸ਼ਲੋਕ। ਆਠ ਪਹਿਰ ਗੁਣ ਗਾਈਐ, ਤਜੀਐ ਅਵਰ ਜੰਜਾਲ, ਜਮ ਕੰਕਰ ਜੋ ਨਾ ਸਕਈ, ਨਾਨਕ ਪ੍ਰਭ ਦਇਆਲ। ਅਸ਼ਟਮੀ ਦੀ ਗੱਲ ਹੋ ਰਹੀ ਹੈ, ਅੱਠਵੇਂ ਦੀ ਗੱਲ ਹੋ ਰਹੀ ਹੈ। ਅੱਠਵੀਂ ਤਿਥੀ ਤੇ ਆਧਾਰਿਤ ਇਹ ਪੌੜੀ ਤੇ ਇਹ ਸ਼ਲੋਕ ਲਿਖਿਆ ਗਿਆ ਹੈ। ਇਸੇ ਲਈ ਹੀ ਅੱਠ ਪਹਿਰ ਦੀ ਗੱਲ ਗੁਰੂ ਜੀ ਸ਼ੁਰੂਆਤ ਦੇ ਵਿੱਚ ਹੀ ਕਰ ਲੈਂਦੇ ਹਨ। ਆਠ ਪਹਿਰ ਗੁਣ ਗਾਈਐ, ਉਸ ਪਰਮਾਤਮਾ ਦੇ ਗੁਣ ਅੱਠੇ ਪਹਿਰ ਗਾਉਣੇ ਚਾਹੀਦੇ ਹਨ। ਤਜੀਐ ਅਵਰ ਜੰਜਾਲ, ਬਾਕੀ ਦੇ ਸਾਰੇ ਬੰਧਨ ਛੱਡ ਦੇਣੇ ਚਾਹੀਦੇ ਹਨ। ਮੇਰਾ ਖਿਆਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 296ਵੇਂ ਜਾਂ 97ਵੇਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਅੰਗ ਦੀ ਬਾਣੀ ਦੀ ਵਿਆਖਿਆ ਦੇ ਵਿੱਚ ਅਸੀਂ ਇਹ ਗੱਲ ਸਮਝਾਈ ਸੀ। ਇੱਥੇ ਫਿਰ ਸਮਝਾਉਂਦੇ ਹਾਂ ਕਿ ਸਾਡੇ ਮਨ ਦੇ ਦੋ ਹਿੱਸੇ ਨੇ। ਇੱਕ ਸਾਡਾ ਚੇਤਨ ਮਨ ਹੈ, ਜਿਸ ਦੇ ਨਾਲ ਅਸੀਂ ਚੇਤਨ ਤੌਰ 'ਤੇ ਸੋਚਦੇ ਹਾਂ, ਐਕਸ਼ਨ ਲੈਂਦੇ ਹਾਂ, ਆਪਣੇ ਜੀਵਨ ਦੇ ਵਿੱਚ ਕਿਰਿਆ ਕਰਦੇ ਹਾਂ। ਅਤੇ ਇੱਕ ਅਵਚੇਤਨ ਮਨ ਹੈ, ਜੋ ਕਿ ਕਹਿ ਸਕਦੇ ਹਾਂ ਪਰਦੇ ਦੇ ਪਿੱਛੇ ਹੈ, ਪਰ ਉਹਦੀ ਗਤੀਵਿਧੀ ਦੇ ਬਾਰੇ ਸਾਨੂੰ ਪਤਾ ਚੱਲਦਾ ਰਹਿੰਦਾ ਹੈ। ਉਹਦੇ ਵਿੱਚ ਕੁਝ ਨਾ ਕੁਝ ਤੇ ਚੱਲਦਾ ਹੀ ਰਹਿੰਦਾ ਹੈ, ਉਹ ਕਦੇ ਸ਼ਾਂਤ ਨਹੀਂ ਹੁੰਦਾ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਅੱਠੇ ਪਹਿਰ, ਹਰ ਪਲ, ਹਰ ਸਵਾਸ, ਹਰ ਗਿਰਾਸ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਦੀ, ਤਾਂ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਫਿਰ ਅਸੀਂ ਕੰਮਕਾਰ ਕਿਸ ਵਕਤ ਕਰੀਏ ਜੇ ਹਰ ਵਕਤ ਪਰਮਾਤਮਾ ਦਾ ਨਾਮ ਹੀ ਜਪੀ ਜਾਣਾ ਹੈ। ਤਾਂ ਜੇ ਸਾਰੀ ਲੋਕਾਈ ਹੀ ਇੱਦਾਂ ਕਰਨ ਲੱਗ ਜਾਏ ਤਾਂ ਭੋਜਨ ਕਿੱਥੋਂ ਪੈਦਾ ਹੋਏਗਾ। ਕਿਸਾਨ ਦਿਨ ਰਾਤ ਇੱਕ ਕਰਕੇ ਫਸਲ ਉਗਾਉਂਦਾ ਹੈ ਤਾਂ ਕਿਤੇ ਜਾ ਕੇ ਅਨਾਜ ਪੈਦਾ ਹੁੰਦਾ ਹੈ, ਦੁਨੀਆ ਦਾ ਢਿੱਡ ਭਰਦਾ ਹੈ, ਲੋਕਾਂ ਕੋਲ ਕੁਝ ਖਾਣ ਨੂੰ ਪਦਾਰਥ ਪੈਦਾ ਹੁੰਦਾ ਹੈ। ਮੰਨਦੇ ਹਾਂ ਕਿਸੇ ਵਕਤ ਖੇਤੀਬਾੜੀ ਨਹੀਂ ਹੁੰਦੀ ਸੀ, ਮਨੁੱਖ ਜੰਗਲਾਂ ਦੇ ਵਿੱਚ ਗੁਜ਼ਾਰਾ ਕਰਦਾ ਸੀ, ਜੰਗਲਾਂ ਦੇ ਵਿੱਚੋਂ ਜੜੀ ਬੂਟੀਆਂ, ਫਲ ਫਰੂਟ, ਸਬਜ਼ੀਆਂ ਖਾ ਕੇ ਗੁਜ਼ਾਰਾ ਕਰਦਾ ਸੀ, ਸ਼ਿਕਾਰ ਕਰ ਲੈਂਦਾ ਸੀ, ਮਾਂਸ ਖਾ ਲੈਂਦਾ ਸੀ, ਖਾ ਕੇ ਗੁਜ਼ਾਰਾ ਕਰ ਲੈਂਦਾ ਸੀ। ਪਰ ਉਹਨਾਂ ਵੇਲਿਆਂ ਦੇ ਵਿੱਚ ਜੰਗਲਾਂ ਦੀ ਗਿਣਤੀ ਵੀ ਜ਼ਿਆਦਾ ਸੀ, ਹੋਰਨਾਂ ਜੀਵਾਂ ਦੀ ਗਿਣਤੀ ਵੀ ਜ਼ਿਆਦਾ ਸੀ ਜਿਨ੍ਹਾਂ ਨੂੰ ਉਹ ਸ਼ਿਕਾਰ ਕਰਕੇ ਖਾ ਲੈਂਦਾ ਸੀ, ਅਤੇ ਮਨੁੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਅੱਜ ਜੋ ਸਮਾਂ ਹੈ, ਮਨੁੱਖਾਂ ਦੀ ਜਨਸੰਖਿਆ ਬਹੁਤ ਜ਼ਿਆਦਾ ਵੱਧ ਗਈ ਹੈ, ਜੰਗਲਾਂ ਦੀ ਗਿਣਤੀ, ਦੂਸਰੇ ਜੀਵਾਂ ਦੀ ਗਿਣਤੀ ਕਾਫੀ ਘਟ ਗਈ ਹੈ। ਜੇ ਅਸੀਂ ਜੰਗਲਾਂ ਦੇ ਵਿੱਚ ਹੀ ਗੱਲ ਕਰੀਏ, ਮਾਂਸ ਦੀ ਪੂਰੀ ਇੰਡਸਟਰੀ ਬਣੀ ਹੋਈ ਹੈ। ਉਹਦੇ ਲਈ ਖਾਸ ਤੌਰ 'ਤੇ ਪਸ਼ੂਆਂ ਨੂੰ ਪਾਲਿਆ ਜਾਂਦਾ ਹੈ, ਜੋ ਕਿ ਇਨਸਾਨਾਂ ਵੱਲੋਂ ਪਾਲਿਆ ਜਾਂਦਾ ਹੈ, ਅਤੇ ਖਾਸ ਤੌਰ 'ਤੇ ਇਸੇ ਮਕਸਦ ਲਈ ਹੀ ਪਾਲਿਆ ਜਾਂਦਾ ਹੈ ਕਿ ਲੋਕਾਂ ਨੂੰ ਮੀਟ ਮੁਹੱਈਆ ਹੋਵੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਲਈ ਇਹ ਭੋਜਨ ਦਾ ਪ੍ਰਮੁੱਖ ਸਾਧਨ ਹੈ। ਪਰ ਉਹਦੇ ਵਿੱਚ ਮਨੁੱਖ ਦੀ ਸ਼ਮੂਲੀਅਤ ਹੈ, ਉਹਨੂੰ ਪੈਦਾ ਕਰਨ ਦੇ ਵਿੱਚ। ਸੋ ਜੇਕਰ ਸਾਰੇ ਹੀ ਮਨੁੱਖ ਆਪੋ ਆਪਣੇ ਕੰਮ ਧੰਦੇ ਛੱਡ ਕੇ ਪਰਮਾਤਮਾ ਦਾ ਨਾਮ ਜਪਣ ਦੇ ਲਈ ਸਮਾਧੀਆਂ ਲਾ ਕੇ ਬੈਠ ਜਾਣ, ਅੱਠੇ ਪਹਿਰ ਪਰਮਾਤਮਾ ਦਾ ਨਾਮ ਹੀ ਜਪੀ ਜਾਣ, ਤਾਂ ਭੋਜਨ ਕਿੱਥੋਂ ਪੈਦਾ ਹੋਏਗਾ, ਲੋਕ ਗੁਜ਼ਾਰਾ ਕਿਵੇਂ ਕਰਨਗੇ। ਤਨ ਢਕਣ ਦੇ ਲਈ ਜੋ ਕੱਪੜੇ ਬਣਦੇ ਹਨ, ਜੋ ਮਨੁੱਖਾਂ ਦੁਆਰਾ ਬਣਾਏ ਜਾਂਦੇ ਹਨ, ਉਹ ਕਿੱਦਾਂ ਬਣਨਗੇ। ਸਿਰ ਦੀ ਛੱਤ, ਘਰ ਤਿਆਰ ਕੀਤੇ ਜਾਂਦੇ ਹਨ, ਮਨੁੱਖਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ, ਉਹ ਕਿੱਦਾਂ ਤਿਆਰ ਹੋਣਗੇ। ਇਹ ਬਹੁਤ ਸਾਰੇ ਸਵਾਲ ਪੈਦਾ ਹੋ ਜਾਂਦੇ ਨੇ। ਤਾਂ ਕਈ ਲੋਕ ਇਹ ਵੀ ਕਹਿ ਛੱਡਦੇ ਨੇ ਕਿ ਇਹ ਤਾਂ ਬੜੀ ਨਾ ਕਰਨ ਯੋਗ ਗੱਲ ਹੈ, ਅਤੇ ਪ੍ਰਮਾਤਮਾ ਦਾ ਨਾਮ ਰੂਪ ਅਜਿਹਾ ਕੁਝ ਨਹੀਂ ਹੁੰਦਾ। ਆਪੋ ਆਪਣੇ ਕੰਮਾਂ ਦੇ ਵਿੱਚ ਮਨੁੱਖ ਨੂੰ ਰੁੱਝੇ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਅਕਸਰ ਅਸੀਂ ਨਾਸਤਕ ਵੀ ਕਹਿ ਦਿੰਦੇ ਹਾਂ, ਕਾਮਰੇਡ ਕਹਿ ਦਿੰਦੇ ਹਾਂ, ਤਰਕਸ਼ੀਲ ਕਹਿ ਦਿੰਦੇ ਹਾਂ। ਅੱਜ ਇੱਥੇ ਤੁਹਾਨੂੰ ਇੱਕ ਗੁਰ ਦੱਸਣ ਲੱਗੇ ਹਾਂ ਕਿ ਅੱਠੇ ਪਹਿਰ ਅਸੀਂ ਨਾਮ ਕਿਵੇਂ ਜਪਣਾ ਹੈ। ਇਹ ਜੋ ਪਰਦੇ ਦੇ ਪਿੱਛੇ ਵਾਲੇ ਮਨ ਦੀ ਅਸੀਂ ਹੁਣੇ ਗੱਲ ਕੀਤੀ ਹੈ, ਉੱਥੇ ਨਾਮ ਜਪਣਾ ਹੈ। ਉਹਦੇ ਵਿੱਚ ਇਸ ਗੱਲ ਤੋਂ ਅਸੀਂ ਇਨਕਾਰ ਤੇ ਨਹੀਂ ਨਾ ਕਰ ਸਕਦੇ ਕਿ ਉਹਦੇ ਵਿੱਚ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ। ਬੇਸ਼ੱਕ ਅਸੀਂ ਕੋਈ ਵੀ ਕਾਰਜ ਕਰ ਰਹੇ ਹੋਈਏ, ਕਿੰਨੀ ਵੀ ਸ਼ਿੱਦਤ ਦੇ ਨਾਲ ਕਿਉਂ ਨਾ ਕਰ ਰਹੇ ਹੋਈਏ, ਉਸ ਮਨ ਦੇ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ। ਇੰਜ ਜਾਪਦਾ ਹੈ ਜਿਵੇਂ
ਸਾਡੇ ਚੇਤਨ ਮਨ ਦੇ ਨਾਲੋਂ ਉਹ ਅਵਚੇਤਨ ਮਨ ਜੋ ਹੈ ਬਿਲਕੁਲ ਹੀ ਵੱਖਰਾ ਹੋਵੇ। ਚੇਤਨ ਮਨ ਆਪਣੀ ਚੇਤਨਤਾ ਦੇ ਨਾਲ ਸਰੀਰ ਨੂੰ ਕਿਰਿਆ ਦੇ ਵਿੱਚ ਲਗਾਈ ਬੈਠਾ ਹੈ, ਪਰ ਜੋ ਅਵਚੇਤਨ ਮਨ ਹੈ ਉਹ ਆਪਣੀ ਹੀ ਧੁਨ ਦੇ ਵਿੱਚ ਕੁਝ ਨਾ ਕੁਝ ਸੋਚਣ ਦੇ ਵਿੱਚ ਲੱਗਿਆ ਹੋਇਆ ਹੈ, ਉੱਥੇ ਕੁਝ ਨਾ ਕੁਝ ਚੱਲ ਰਿਹਾ ਹੈ। ਧਰਮ ਸਾਨੂੰ ਸਿਖਾਉਂਦਾ ਹੈ ਕਿ ਉੱਥੇ ਜੋ ਚੱਲ ਰਿਹਾ ਹੈ ਉਹਨੂੰ ਪ੍ਰਮਾਤਮਾ ਦੇ ਨਾਮ ਦੇ ਰੂਪ 'ਚ ਬਦਲ ਲਈਏ। ਪ੍ਰਮਾਤਮਾ ਦੇ ਨਾਮ ਨਾਲ ਉੱਥੇ ਜੋ ਚੱਲ ਰਿਹਾ ਹੈ ਉਹਨੂੰ ਬਦਲ ਦਈਏ, ਤਾਂ ਕਿ ਉੱਥੇ ਪ੍ਰਮਾਤਮਾ ਦਾ ਨਾਮ ਚੱਲਦਾ ਰਹੇ। ਉੱਥੇ ਨਿਰੰਤਰ ਇਸ ਗੱਲ ਦਾ ਵਹਾਅ ਚੱਲਦਾ ਰਹੇ ਕਿ ਸਭ ਕੁਝ ਪ੍ਰਮਾਤਮਾ ਦਾ ਹੀ ਬਖਸ਼ਿਆ ਹੋਇਆ ਹੈ। ਉਹ ਹਮੇਸ਼ਾ ਸਾਡੇ ਨਾਲ ਹੈ, ਸਦਾ ਹੀ ਸਾਡੇ ਅੰਗ ਸੰਗ ਹੈ। ਜਗਤ ਦੀ ਅਸਲੀਅਤ ਦਾ ਗਿਆਨ ਉੱਥੇ ਚੱਲਦਾ ਰਹੇ ਕਿ ਜੋ ਬਣਿਆ ਹੈ ਉਹਨੇ ਢਹਿਣਾ ਵੀ ਹੈ, ਜੋ ਆਇਆ ਹੈ ਉਹਨੇ ਜਾਣਾ ਵੀ ਹੈ। ਇਹ ਅਸਲੀਅਤ ਹੈ, ਇਹਦੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਇਹ ਅਸਲੀਅਤ ਉੱਥੇ ਵਸੀ ਰਹੇ। ਜੇ ਅਜਿਹਾ ਕਰਨ ਦੇ ਵਿੱਚ ਸਫਲ ਹੋ ਜਾਈਏ ਤੇ ਸਾਡੇ ਦੁਨਿਆਵੀ ਕਾਰਜਾਂ ਦੇ ਵਿੱਚ ਵੀ ਸਾਨੂੰ ਕੋਈ ਵਿਘਨ ਪਾਉਣ ਦੀ ਲੋੜ ਨਹੀਂ, ਤੇ ਪ੍ਰਮਾਤਮਾ ਦਾ ਨਾਮ ਵੀ ਅਸੀਂ ਅੱਠੇ ਪਹਿਰ ਜਪਦੇ ਰਹਿ ਸਕਦੇ ਹਾਂ। ਤੇ ਅਜਿਹੀ ਸਥਿਤੀ ਜਦੋਂ ਮਨੁੱਖ ਹਾਸਲ ਕਰ ਲਵੇ ਤਾਂ ਜਮ ਕੰਕਰ ਜੋਹੇ ਨਾ ਸਕਈ, ਨਾਨਕ ਪ੍ਰਭ ਦਇਆਲ। ਪ੍ਰਮਾਤਮਾ ਦਇਆਵਾਨ ਹੋ ਜਾਂਦਾ ਹੈ। ਮੌਤ ਦਾ ਡਰ ਸਾਡੇ ਨੇੜੇ ਨਹੀਂ ਟੁੱਕਦਾ, ਕਿਉਂਕਿ ਉਹ ਅਸਲੀਅਤ ਸਾਡੇ ਅਵਚੇਤਨ ਮਨ ਦੇ ਵਿੱਚ ਲਗਾਤਾਰ ਗੂੰਜ ਰਹੀ ਹੈ ਕਿ ਇਹ ਸੰਸਾਰ ਨਾਸਵੰਤ ਹੈ। ਜੋ ਆਇਆ ਹੈ ਉਹਨੇ ਜਾਣਾ ਹੀ ਹੈ, ਤੇ ਉਹ ਤੋਂ ਡਰਨਾ ਕਿਉਂ? ਡਰਨਾ ਕਾਹਦੇ ਲਈ? ਇਹ ਵਾਲਾ ਖਿਆਲ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਪੌੜੀ। ਅਸ਼ਟਮੀ ਅਸ਼ਟ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋਧਰ ਮੰਤ। ਪ੍ਰਮਾਤਮਾ ਦਾ ਨਾਮ ਇੱਕ ਐਸਾ ਮੰਤਰ ਹੈ ਜੋ ਨਿਰੋਧਰ ਹੈ, ਭਾਵ ਜਿਸ ਦਾ ਅਸਰ ਜ਼ਾਇਆ ਨਹੀਂ ਹੋ ਸਕਦਾ। ਇੱਕ ਵਾਰ ਜਦ ਤੁਸੀਂ ਆਪਣੇ ਮਨ ਨੂੰ, ਆਪਣੀ ਸੁਰਤ ਨੂੰ, ਆਪਣੇ ਉਸ ਅਵਚੇਤਨ ਮਨ ਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੋੜ ਲਿਆ, ਉਹਨੇ ਜੋ ਸ਼ਾਂਤੀ ਤੁਹਾਨੂੰ ਪ੍ਰਦਾਨ ਕਰਨੀ ਹੈ ਉਹ ਕਦੇ ਜ਼ਾਇਆ ਨਹੀਂ ਹੋਏਗੀ, ਉਹ ਕਦੇ ਖਤਮ ਨਹੀਂ ਹੋਏਗੀ। ਨਿਰਮਲ ਰੀਤ ਤੁਹਾਡੇ ਜੀਵਨ ਦੀ ਜੋ ਜਾਂਚ ਹੈ, ਜੀਵਨ ਦੀ ਜੁਗਤ ਹੈ, ਤੁਹਾਡਾ ਜੀਵਨ ਜਿਉਣ ਦਾ ਢੰਗ ਹੈ, ਉਹ ਪਵਿੱਤਰ ਹੋ ਜਾਏਗਾ। ਕਵਲ ਪ੍ਰਗਾਸ, ਜਿਸ ਪ੍ਰਕਾਰ ਸੂਰਜ ਦੀਆਂ ਕਿਰਨਾਂ ਪੈਣ ਤੇ ਕਮਲ ਦਾ ਫੁੱਲ ਖਿੜ ਉੱਠਦਾ ਹੈ, ਪ੍ਰਮਾਤਮਾ ਦੇ ਨਾਮ ਦੀ ਬਰਕਤ ਤੁਹਾਡੇ ਹਿਰਦੇ ਤੇ ਹੋ ਜਾਏਗੀ। ਕਮਲ ਦੇ ਫੁੱਲ ਵਾਂਗ ਤੁਹਾਡਾ ਹਿਰਦਾ ਖਿੜ ਜਾਏਗਾ। ਸਦਾ ਆਨੰਦ, ਤੁਹਾਡੇ ਅੰਦਰ ਸਦਾ ਹੀ ਆਨੰਦ ਦਾ ਇੱਕ ਲਗਾਤਾਰ ਨਿਰੰਤਰ ਪ੍ਰਵਾਹ ਚੱਲਦਾ ਰਹੇਗਾ। ਸਗਲ ਪਦਾਰਥ ਪੂਰਨ ਬੁੱਧ, ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ ਤੇ ਸੰਪੂਰਨ ਅਕਲ ਦੀ ਪ੍ਰਾਪਤੀ ਹੋ ਜਾਏਗੀ। ਉਹ ਅਕਲ ਜਿਹਦੇ ਵਿੱਚ ਕੋਈ ਉਕਾਈ ਨਹੀਂ ਰਹਿ ਜਾਂਦੀ, ਕੋਈ ਕਮੀ ਨਹੀਂ ਰਹਿ ਜਾਂਦੀ। ਅਸ਼ਟ ਸਿੱਧ ਨਵ ਨਿਧ, ਅੱਠੇ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ 9 ਖਜ਼ਾਨਿਆਂ ਦਾ ਫਲ ਵੀ ਤੁਹਾਨੂੰ ਮਿਲ ਜਾਏਗਾ। ਸੋ ਪ੍ਰਮਾਤਮਾ ਦਾ ਨਾਮ ਇੱਕ ਅਜਿਹਾ ਮੰਤਰ ਹੈ ਜਿਸ ਦੀ ਬਰਕਤ ਦੇ ਨਾਲ ਇਹ ਸਭ ਕੁਝ ਤੁਹਾਨੂੰ ਮਿਲ ਜਾਏਗਾ। ਅਸ਼ਟ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ। ਸਗਲ ਧਰਮ ਪਵਿੱਤਰ ਇਸ਼ਨਾਨ, ਸਭ ਮਹਿ ਊਚ ਵਿਸ਼ੇਖ ਗਿਆਨ। ਪ੍ਰਮਾਤਮਾ ਦੇ ਨਾਮ ਰੂਪੀ ਮੰਤਰ ਦੀ ਹੀ ਗੱਲ ਹੋ ਰਹੀ ਹੈ, ਤੇ ਗੁਰੂ ਜੀ ਕਹਿੰਦੇ ਕਿ ਜੋ ਪ੍ਰਮਾਤਮਾ ਦਾ ਨਾਮ ਰੂਪੀ ਮੰਤਰ ਹੈ, ਇਹ ਸਭਨਾ ਧਰਮਾਂ ਚੋਂ ਸ੍ਰੇਸ਼ਟ ਧਰਮ ਹੈ। ਸਾਰੇ ਤੀਰਥ ਇਸ਼ਨਾਨਾਂ ਦੇ ਵਿੱਚੋਂ ਪਵਿੱਤਰ ਤੀਰਥ ਇਸ਼ਨਾਨ ਹੈ, ਪਵਿੱਤਰ ਇਸ਼ਨਾਨ ਹੈ। ਤੀਰਥ ਸਥਾਨ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਦੀ ਬਜਾਏ, ਆਪਣੇ ਸਰੀਰ ਦਾ ਇਸ਼ਨਾਨ ਕਰਾਉਣ ਦੀ ਬਜਾਏ, ਪ੍ਰਮਾਤਮਾ ਦੇ ਨਾਮ ਦੇ ਵਿੱਚ, ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਵਰਖਾ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾ ਲਈਏ ਤਾਂ ਅਜਿਹਾ ਗਿਆਨ ਹਾਸਲ ਹੁੰਦਾ ਹੈ ਜੋ ਕਿ ਸ਼ਾਸਤਰਾਂ ਆਦਿਕ ਦੇ ਵਿੱਚ ਦਿੱਤੇ ਹੋਏ ਗਿਆਨ ਦੇ ਨਾਲੋਂ ਵੀ ਉੱਚਾ ਤੇ ਸ੍ਰੇਸ਼ਟ ਗਿਆਨ ਹੈ। ਸੋ ਹਰ ਹਰ ਭਜਨ ਪੂਰੇ ਗੁਰ ਸੰਗ, ਜਪ ਤਰੀਐ ਨਾਨਕ ਨਾਮ ਹਰ ਰੰਗ। ਇਸ ਕਰਕੇ हे ਨਾਨਕ,
ਪੂਰੇ ਗੁਰੂ ਦੀ ਸੰਗਤ ਦੇ ਵਿੱਚ ਰਹਿ ਕੇ ਜੇ ਹਰ ਨਾਮ ਦਾ ਭਜਨ ਕੀਤਾ ਜਾਏ, ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਟਿਕ ਕੇ ਹਰ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਸ਼ਲੋਕ। ਨਾਰਾਇਣ ਨਹਾ ਸਿਮਰਿਓ, ਮੋਹਿਓ ਸਵਾਦ ਵਿਕਾਰ, ਨਾਨਕ ਨਾਮ ਵਿਸਾਰਿਐ, ਨਰਕ ਸੁਰਗ ਅਵਤਾਰ। ਜਿਸ ਮਨੁੱਖ ਨੇ ਕਦੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਜਿਸ ਨੇ ਆਪਣੇ ਅਵਚੇਤਨ ਮਨ ਨੂੰ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਨਹੀਂ ਰੰਗਿਆ, ਤਾਂ ਉਸ ਅਵਚੇਤਨ ਮਨ ਦੇ ਵਿੱਚ ਸਦਾ ਹੀ ਵਿਕਾਰ ਭਾਰੂ ਰਹਿੰਦੇ ਹਨ, ਦੁਨੀਆ ਦੇ ਸਵਾਦ ਭਾਰੂ ਰਹਿੰਦੇ ਹਨ। ਉਹਨਾਂ ਦੇ ਕਰਕੇ ਸਾਡਾ ਚੇਤਨ ਮਨ ਵੀ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਫਸਿਆ ਰਹਿੰਦਾ ਹੈ। ਦੇਖੋ, ਪਰਦੇ ਦੇ ਪਿੱਛੇ ਜੋ ਹੈ ਉਹਨੇ ਅੱਗੇ ਵੀ ਆਉਣਾ ਹੈ। ਜਿਸ ਵਕਤ ਅਸੀਂ ਕਿਸੇ ਕੰਮਕਾਰ ਦੇ ਵਿੱਚ ਰੁੱਝੇ ਹੋਏ ਹਾਂ, ਸਾਡਾ ਚੇਤਨ ਮਨ ਉਸ ਕੰਮਕਾਰ ਦੇ ਵਿੱਚ ਰੁੱਝਿਆ ਹੋਇਆ ਹੈ, ਪਰ ਅਵਚੇਤਨ ਮਨ ਕਿਉਂਕਿ ਉਹਦੇ ਤੋਂ ਵੱਖਰਾ ਹੈ, ਉੱਥੇ ਜੋ ਵੀ ਚੱਲਣਾ ਹੈ ਉਹ ਚੱਲ ਰਿਹਾ ਹੈ। ਜੇਕਰ ਉੱਥੇ ਦੁਨੀਆ ਦੇ ਪਦਾਰਥਾਂ ਦਾ ਸਵਾਦ ਚੱਲ ਰਿਹਾ ਹੈ, ਤਾਂ ਜਦੋਂ ਹੀ ਸਾਡਾ ਚੇਤਨ ਮਨ ਕੰਮਕਾਰ ਤੋਂ ਵਿਹਲਾ ਹੋਇਆ, ਉਹ ਪਰਦੇ ਦੇ ਪਿੱਛੇ ਵਾਲੀਆਂ ਗੱਲਾਂ ਅੱਗੇ ਆ ਜਾਣਗੀਆਂ। ਅਸੀਂ ਚੇਤਨ ਮਨ ਦੇ ਨਾਲ ਵੀ ਦੁਨੀਆ ਦੇ ਸਵਾਦਾਂ ਬਾਰੇ ਹੀ ਸੋਚਣ ਲੱਗਾਂਗੇ, ਉਹਨਾਂ ਨੂੰ ਪ੍ਰਾਪਤ ਕਿਵੇਂ ਕੀਤਾ ਜਾਏ, ਇਹਨਾਂ ਗੱਲਾਂ ਬਾਰੇ ਸੋਚਣ ਲੱਗਾਂਗੇ। ਚੇਤੇ ਪ੍ਰਾਪਤ ਕਰ ਪਾਏ ਖੁਸ਼ ਹੋਵਾਂਗੇ, ਸਵਰਗਾਂ ਦਾ ਨਜ਼ਾਰਾ ਮਾਣਾਂਗੇ। ਜੇ ਪ੍ਰਾਪਤ ਨਾ ਕਰ ਪਾਏ ਤਾਂ ਦੁਖੀ ਹੋਵਾਂਗੇ, ਨਰਕ ਭੋਗਾਂਗੇ। ਤੇ ਇਹ ਸਭ ਕੁਝ ਕਿਉਂ ਹੈ? ਕਿਉਂਕਿ ਅਸੀਂ ਨਾਮ ਨੂੰ ਵਿਸਾਰ ਦਿੱਤਾ। ਉਸ ਅਵਚੇਤਨ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਪਾਇਆ। ਉਹ ਜੋ ਸਾਡੀ ਲਿਵ ਹੈ, ਪਰਮਾਤਮਾ ਦੇ ਨਾਮ ਨਾਲ ਨਾ ਜੋੜ ਕੇ ਅਸੀਂ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਨਾਲ ਜੋੜ ਲਈ। ਸੋ ਨਾਨਕ ਨਾਮ ਵਿਸਾਰਿਆ, ਨਰਕ ਸੁਰਗ ਅਵਤਾਰ। ਇਸੇ ਲਈ ਅਸੀਂ ਨਰਕ ਤੇ ਸੁਰਗ ਦੇ ਵਿੱਚ ਭਟਕਣ ਲੱਗ ਗਏ। ਹਰ ਰੋਜ਼ ਜਦੋਂ ਨਵੇਂ ਦਿਨ ਦੀ ਸ਼ੁਰੂਆਤ ਹੁੰਦੀ ਹੈ, ਸਾਡਾ ਨਵਾਂ ਜਨਮ ਹੁੰਦਾ ਹੈ, ਤੇ ਉਸ ਨਵੇਂ ਜਨਮ ਦੇ ਵਿੱਚ ਸਾਡੇ ਸਾਹਮਣੇ ਨਵੀਂ ਚੁਣੌਤੀ ਹੁੰਦੀ ਹੈ ਕਿ ਅੱਜ ਅਸੀਂ ਨਰਕ ਭੋਗਾਂਗੇ ਕਿ ਸਵਰਗ ਪ੍ਰਾਪਤ ਕਰਾਂਗੇ। ਉਹ ਚੁਣੌਤੀ ਨਿਰਭਰ ਕਰਦੀ ਹੈ ਕਿ ਜੋ ਸਵਾਦ ਮਨ ਦੇ ਵਿੱਚ ਪਾਲੇ ਹੋਏ ਨੇ, ਉਹਨਾਂ ਨੂੰ ਹਾਸਲ ਕਰ ਪਾਵਾਂਗੇ ਜਾਂ ਨਹੀਂ। ਪੌੜੀ। ਨੌਵੀਂ ਨਵੇਂ ਛਿਦਰ ਅਪਬੀਤ, ਹਰ ਨਾਮ ਨਾ ਜਪ ਹੈ ਕਰਤ ਵਿਪਰੀਤ। ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਸਮਝਿਆ, ਜੀਵਨ ਦੇ ਅਸਲ ਮਨੋਰਥ ਨੂੰ ਨਹੀਂ ਸਮਝਿਆ, ਉਹ ਮਨੁੱਖਤਾ ਦੀ ਮਰਿਆਦਾ ਦੇ ਉਲਟ ਕਰਮ ਕਰਦੇ ਹਨ, ਕਰਤ ਵਿਪਰੀਤ। ਤੇ ਇਸ ਕਰਕੇ ਉਹਨਾਂ ਦੇ 9 ਛੇਦ ਜੋ ਹਨ ਸਰੀਰ ਦੇ, ਉਹ ਸਾਰੇ ਹੀ ਅਪਵਿੱਤਰ ਰਹਿੰਦੇ ਹਨ। ਪਰ ਤ੍ਰੇ ਰਮਹਿ ਬਕੈ ਸਾਧ ਨਿੰਦ, ਕਰਨ ਨਾ ਸੁਨਹੀ ਹਰ ਜਸ ਬਿੰਦ। ਇੱਕ ਪਲ ਦੇ ਲਈ ਵੀ ਉਹ ਆਪਣੇ ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨਹੀਂ ਸੁਣਦੀ। ਪਰ ਤ੍ਰੇ ਰਮਹਿ, ਪਰਾਈਆਂ ਇਸਤਰੀਆਂ ਨੂੰ ਭੋਗਣ ਦੇ ਵਿੱਚ ਹੀ ਰਮੇ ਰਹਿੰਦੇ ਹਨ। ਤੇ ਬਕੈ ਸਾਧ ਨਿੰਦ, ਜੋ ਲੋਕ ਭਲੇ ਕੰਮ ਕਰਦੇ ਹਨ, ਉਹਨਾਂ ਦੀ ਨਿੰਦਾ ਦੇ ਵਿੱਚ ਲੱਗੇ ਰਹਿੰਦੇ ਹਨ। ਹਿਰ ਹੈ ਪਰ ਦਰਬ ਉਦਰ ਕੈ ਤਾਈ, ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ। ਪਰਾਇਆ ਧਨ ਚੁਰਾਉਂਦੇ ਹਨ ਤਾਂ ਕਿ ਆਪਣਾ ਪੇਟ ਪਾਲ ਸਕਣ, ਆਪਣਾ ਪੇਟ ਭਰ ਸਕਣ। ਉਦਰ ਕੈ ਤਾਈ ਤੋਂ ਭਾਵ ਪੇਟ ਦੀ ਖਾਤਰ। ਹਿਰ ਹੈ ਪਰ ਦਰਬ, ਪਰਾਇਆ ਧਨ ਚੁਰਾਉਂਦੇ ਹਨ, ਫਿਰ ਵੀ ਉਹਨਾਂ ਦੀ ਲਾਲਚ ਦੀ ਅੱਗ ਦੂਰ ਨਹੀਂ ਹੁੰਦੀ। ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਨਹੀਂ ਮਿਟਦੀ। ਪਰਾਇਆ ਧਨ ਚੁਰਾ ਵੀ ਰਹੇ ਹਨ, ਫਿਰ ਵੀ ਤ੍ਰਿਸ਼ਨਾ ਮਿਟ ਨਹੀਂ ਰਹੀ, ਕਿਉਂਕਿ ਹਰ ਸੇਵਾ ਬਿਨ ਇਹ ਫਲ ਲਾਗੇ। ਜਦੋਂ ਤੁਸੀਂ ਪਰਮਾਤਮਾ ਦੀ ਸੇਵਾ ਭਗਤੀ ਨਹੀਂ ਕਰਦੇ, ਤਾਂ ਸੇਵਾ ਭਗਤੀ ਤੋਂ ਬਿਨਾਂ ਤੁਹਾਡੇ ਕੀਤੇ ਹੋਏ ਸਾਰੇ ਹੀ ਕਾਰਜ ਤੁਹਾਨੂੰ ਉੱਪਰ ਦਿੱਤੇ ਹੋਏ ਫਲ ਹੀ ਦੇਣਗੇ। ਜੋ ਆਪਾਂ ਪਿਛਲੀਆਂ ਪੰਕਤੀਆਂ ਦੇ ਵਿੱਚ ਫਲਾਂ ਦੀ ਗੱਲ ਕੀਤੀ ਹੈ ਕਿ ਪਰਾਈ ਇਸਤਰੀ ਨੂੰ ਭੋਗਣਾ, ਭਲੇ ਕੰਮ ਕਰਨ ਵਾਲਿਆਂ ਦੀ ਨਿੰਦਾ ਕਰਨੀ, ਮਨੁੱਖਤਾ ਤੋਂ ਉਲਟ ਕੰਮ ਕਰਨੇ, ਸਰੀਰ ਦੇ ਸਾਰੇ ਹੀ ਇੰਦਰੇ ਅਪਵਿੱਤਰ ਰਹਿਣੇ, ਪਰਾਇਆ ਧਨ ਚੁਰਾਉਣਾ,
ਫਿਰ ਵੀ ਲਾਲਚ ਦਾ ਨਾ ਮਿਟਣਾ। ਇਹ ਸਾਰੇ ਫਲ ਤੁਸੀਂ ਪ੍ਰਾਪਤ ਕਰਦੇ ਹੋ ਜਦੋਂ ਪਰਮਾਤਮਾ ਦੀ ਸੇਵਾ ਭਗਤੀ ਦੇ ਵਿੱਚ ਆਪਣੇ ਮਨ ਨੂੰ ਨਹੀਂ ਲਗਾਉਂਦੇ। ਨਾਨਕ ਪ੍ਰਭ ਵਿਸਰਤ ਮਰ ਜੰਮੈ ਅਭਾਗੀ। ਪ੍ਰਭੂ ਨੂੰ ਵਿਸਾਰ ਕੇ ਉਹ ਭਾਗਹੀਨ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਸ਼ਲੋਕ 10 ਦਿਸ਼ ਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ। ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਈ। ਗੁਰੂ ਜੀ ਕਹਿੰਦੇ ਕਿ ਉਂਝ ਤੇ ਮੈਂ ਜਿੱਧਰ ਵੀ ਵੇਖਦਾ ਹਾਂ ਉੱਧਰ ਹੀ ਪ੍ਰਮਾਤਮਾ ਵਸ ਰਿਹਾ ਹੈ। ਜਤ ਦੇਖੋ ਤਤ ਸੋਏ। ਪਰ 10 ਦਿਸ਼ ਖੋਜਤ ਮੈਂ ਫਿਰਿਓ, ਮੈਂ 10 ਪਾਸਿਆਂ ਦੇ ਵਿੱਚ ਢੂੰਡ ਕੇ ਵੇਖ ਲਿਆ, ਮੈਨੂੰ ਕੋਈ ਅਜਿਹਾ ਤਰੀਕਾ ਨਹੀਂ ਲੱਭਿਆ ਕਿ ਜਿਹਦੇ ਨਾਲ ਮਨ ਨੂੰ ਵਸ ਵਿੱਚ ਕੀਤਾ ਜਾ ਸਕੇ। ਪਰਮਾਤਮਾ ਤੇ ਹਰ ਥਾਂ ਹੀ ਵਸ ਰਿਹਾ ਹੈ। ਜਿੱਧਰ ਵੇਖਦਾ ਹਾਂ ਉੱਧਰ ਹੀ ਪਰਮਾਤਮਾ ਹੈ, ਪਰ ਮਨ ਨੂੰ ਵਸ ਕਰਨ ਦਾ ਤਰੀਕਾ ਮੈਨੂੰ ਕਿਤੇ ਵੀ ਨਹੀਂ ਲੱਭਿਆ। ਇੱਕ ਤਰੀਕਾ ਹੈ, ਹੇ ਨਾਨਕ ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇਕਰ ਉਸ ਪਰਮਾਤਮਾ ਦੀ ਸੰਪੂਰਨ ਕਿਰਪਾ ਸਾਡੇ ਤੇ ਹੋ ਜਾਏ ਤਦੋਂ ਹੀ ਸਾਡਾ ਮਨ ਵਸ ਦੇ ਵਿੱਚ ਆਉਂਦਾ ਹੈ। ਤੇ ਮਨ ਨੂੰ ਵਸ ਦੇ ਵਿੱਚ ਆਉਣ ਦਾ ਭਾਵ ਇਹੀ ਹੈ ਕਿ ਉੱਥੇ ਜੋ ਊਟ ਪਟਾਂਗ ਚੱਲਦਾ ਰਹਿੰਦਾ ਹੈ ਉਹ ਖਤਮ ਹੋ ਜਾਂਦਾ ਹੈ ਤੇ ਉੱਥੇ ਸਦਾ ਹੀ ਪ੍ਰਮਾਤਮਾ ਦਾ ਨਾਮ ਗੂੰਜਦਾ ਹੈ। ਅਵਚੇਤਨ ਮਨ ਦੀ ਜੋ ਆਪਾਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਹੈ, ਉਸ ਥਾਂ ਤੇ, ਉਸ ਮਨ ਦੇ ਵਿੱਚ, ਮਨ ਦੇ ਉਸ ਹਿੱਸੇ ਦੇ ਵਿੱਚ ਜੋ ਇੱਧਰ ਉੱਧਰ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ, ਜੋ ਦੁਨੀਆ ਦੇ ਸਵਾਦ ਭੋਗਣ ਦੀਆਂ ਤ੍ਰਿਸ਼ਨਾਵਾਂ ਵਸੀਆਂ ਹੁੰਦੀਆਂ ਹਨ, ਉਹ ਖਤਮ ਹੋ ਜਾਂਦੀਆਂ ਹਨ ਤੇ ਪਰਮਾਤਮਾ ਦਾ ਨਾਮ ਉੱਥੇ ਵਸ ਜਾਂਦਾ ਹੈ। ਫਿਰ ਅਸੀਂ ਜੋ ਵੀ ਕਰਦੇ ਹੋਈਏ ਪਰਮਾਤਮਾ ਦਾ ਨਾਮ ਸਦਾ ਹੀ ਸਾਡੇ ਅੰਦਰ ਗੂੰਜਦਾ ਰਹਿੰਦਾ ਹੈ। ਪਰ ਹੁੰਦਾ ਉਦੋਂ ਹੀ ਹੈ ਜਦੋਂ ਪਰਮਾਤਮਾ ਦੀ ਸੰਪੂਰਨ ਕਿਰਪਾ ਸਾਡੇ ਤੇ ਹੋਵੇ। ਪੌੜੀ 10ਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਪਿਛਲੀ ਪੌੜੀ ਦੇ ਵਿੱਚ 9 ਛੇਦਾਂ ਦੀ ਗੱਲ ਕੀਤੀ ਗੁਰੂ ਜੀ ਨੇ, ਜੋ ਸਾਡੇ ਸਰੀਰ ਦੇ 9 ਛੇਦ ਹਨ। ਅੱਖਾਂ, ਨੱਕ, ਕੰਨ, ਮੁਖ, ਗੁਦਾ ਤੇ ਲਿੰਗ। ਇੱਥੇ 10 ਦੁਆਰਾਂ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ਦੇ ਵਿੱਚ ਕਿ ਉਹ 9 ਛੇਦ ਤੇ ਆਉਂਦੇ ਹੀ ਹਨ, ਪਰ 10ਵਾਂ ਦੁਆਰ ਇੱਕ ਸਾਡਾ ਦਿਮਾਗ ਵੀ ਹੈ, ਸਾਡਾ ਮਨ ਵੀ ਹੈ। ਸੋ ਚੰਦਰਮਾ ਦੀਆਂ ਤਿਥੀਆਂ ਤੇ ਆਧਾਰਿਤ 10ਵੀਂ ਦੀ ਗੱਲ ਕਰਦੇ ਹੋਏ ਗੁਰੂ ਜੀ 10 ਦੁਆਰਾਂ ਦੀ ਗੱਲ ਕਰ ਰਹੇ ਹਨ ਤੇ ਕਹਿੰਦੇ ਹਨ ਕਿ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਸਾਡੇ ਮਨ ਦੇ ਵਿੱਚ ਸੰਤੋਖ ਪੈਦਾ ਹੁੰਦਾ ਹੈ, ਸੰਤੁਸ਼ਟੀ ਪੈਦਾ ਹੋ ਜਾਂਦੀ ਹੈ। ਅਸੀਂ 10 ਦੁਆਰਾਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲੈਂਦੇ ਹਾਂ। ਤੇ ਫਿਰ ਕਰਨੀ ਸੁਣੀਐ ਜਸ ਗੋਪਾਲ, ਨੈਣੀ ਪੇਖਤ ਸਾਧ ਦਇਆਲ। ਫਿਰ ਅਸੀਂ ਆਪਣੇ ਕੰਨਾਂ ਦੇ ਰਾਹੀਂ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫਤ ਸਲਾਹ ਸੁਣਦੇ ਹਾਂ। ਅੱਖਾਂ ਦੇ ਨਾਲ ਦਇਆ ਦੇ ਘਰ ਗੁਰੂ ਦਾ ਦਰਸ਼ਨ ਕਰਦੇ ਹਾਂ। ਕੰਨਾਂ ਨਾਲ ਪਰਾਈ ਨਿੰਦਿਆ ਤੇ ਮੰਦ ਕਰਮੀ ਗੱਲਾਂ ਸੁਣਨੀਆਂ ਬੰਦ ਕਰ ਦਿੰਦੇ ਹਾਂ। ਅੱਖਾਂ ਦੇ ਨਾਲ ਪਰਾਇਆ ਧਨ, ਪਰਾਈ ਇਸਤਰੀ ਤੱਕਣਾ ਬੰਦ ਕਰ ਦਿੰਦੇ ਹਾਂ। ਰਸਨਾ ਗੁਣ ਗਾਵੈ ਬੇਅੰਤ, ਮਨ ਮਹਿ ਚਿਤਵੈ ਪੂਰਨ ਭਗਵੰਤ। ਆਪਣੀ ਜੀਵ ਦੇ ਨਾਲ ਅਸੀਂ ਉਸ ਬੇਅੰਤ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਂਦੇ ਹਾਂ। ਆਪਣੇ ਮਨ ਦੇ ਵਿੱਚ ਸਰਬ ਵਿਆਪਕ ਭਗਵਾਨ ਨੂੰ ਚੇਤੇ ਕਰਦੇ ਹਾਂ। ਹਸਤ ਚਰਨ ਸੰਤ ਟਹਿਲ ਕਮਾਈਐ, ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ। ਆਪਣੇ ਹੱਥਾਂ ਦੇ ਨਾਲ ਸੰਤ ਜਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ। ਪਰ ਹੇ ਨਾਨਕ, ਜਿਸ ਜੀਵਨ ਜੁਗਤ ਦੀ ਅਸੀਂ ਇਹਨਾਂ ਪੰਕਤੀਆਂ ਦੇ ਵਿੱਚ ਗੱਲ ਕੀਤੀ ਹੈ, ਇਹ ਜੁਗਤ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਕੋਈ ਸ਼ੱਕ ਨਹੀਂ ਹੈ ਕਿ ਕਈ ਮਨੁੱਖ ਅਜਿਹੀ ਜੀਵਨ ਜੁਗਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ, ਕਈ ਨਹੀਂ ਹੁੰਦੇ।
ਕਈ ਮਨੁੱਖ ਇਸ ਪ੍ਰਕਾਰ ਦੀ ਜੀਵਨ ਜੁਗਤ ਦੇ ਨੇੜੇ ਤੇੜੇ ਆਪਣਾ ਜੀਵਨ ਬਤੀਤ ਕਰ ਲੈਂਦੇ ਹਨ ਤੇ ਕਈ ਇਸ ਜੀਵਨ ਜੁਗਤ ਤੋਂ ਬਹੁਤ ਹੀ ਦੂਰ ਹੁੰਦੇ ਹਨ, ਕਿਉਂਕਿ ਕਿਸ ਨੂੰ ਇਹ ਜੀਵਨ ਜੁਗਤ ਬਖਸ਼ਣੀ ਹੈ, ਕਿਸ ਨੂੰ ਇਸ ਤੋਂ ਦੂਰ ਰੱਖਣਾ ਹੈ, ਇਹ ਪਰਮਾਤਮਾ ਨੇ ਆਪਣੇ ਹੱਥ ਵੱਸ ਰੱਖਿਆ ਹੈ। ਜਿਸ ਮਨੁੱਖ 'ਤੇ ਉਹ ਕਿਰਪਾ ਕਰ ਜਾਵੇ ਉਸ ਨੂੰ ਇਹ ਜੀਵਨ ਜੁਗਤ ਮਿਲ ਜਾਂਦੀ ਹੈ। ਸੋ ਚੰਦਰਮਾ ਦੀ ਤਿਥੀ 'ਤੇ 10ਵੀਂ 'ਤੇ ਆਧਾਰਿਤ ਇਹ ਵਾਲੀ ਪੌੜੀ ਤੇ 7ਵੀਂ 8ਵੀਂ ਅਤੇ 9ਵੀਂ 'ਤੇ ਆਧਾਰਿਤ ਅਸੀਂ 3 ਪੌੜੀਆਂ ਪਿੱਛੇ ਪੜ੍ਹੀਆਂ ਹਨ। ਅੱਜ ਦੀ ਇਸ ਵੀਡੀਓ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਿੱਖਿਆ ਜੋ ਸਾਨੂੰ ਮਿਲੀ ਹੈ ਉਹ ਹੈ ਕਿ ਅਸੀਂ ਆਪਣੇ ਅਵਚੇਤਨ ਮਨ ਦੇ ਵਿੱਚ, ਜਿੱਥੇ ਕਿ ਆਮ ਤੌਰ 'ਤੇ ਦੁਨਿਆਵੀ ਸਵਾਦਾਂ ਦੀ ਅਤੇ ਹੋਰ ਊਟ ਪਟਾਂਗ ਗੱਲਾਂ ਚੱਲਦੀਆਂ ਰਹਿੰਦੀਆਂ ਹਨ, ਉੱਥੇ ਅਸੀਂ ਪਰਮਾਤਮਾ ਨੂੰ ਵਸਾਉਣਾ ਹੈ। ਕਿਉਂਕਿ ਜੇ ਇੱਕ ਵਾਰ ਅਸੀਂ ਉੱਥੇ ਪਰਮਾਤਮਾ ਨੂੰ ਵਸਾਉਣ ਦੇ ਵਿੱਚ ਕਾਮਯਾਬ ਹੋ ਜਾਈਏ ਤਾਂ ਸਾਡਾ ਜੀਵਨ ਸੁਖਾਲਾ ਹੋ ਜਾਂਦਾ ਹੈ। ਅਸੀਂ ਚੱਤੋ ਪਹਿਰ ਹਰ ਵਕਤ, ਹਰ ਸਾਹ ਨਾਲ, ਹਰ ਗਿਰਾਸ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਾਂ। ਸਾਡੇ ਦੁਨਿਆਵੀ ਕੰਮਕਾਰ ਦੇ ਵਿੱਚ ਵੀ ਕੋਈ ਵਿਘਨ ਨਹੀਂ ਪੈਂਦਾ। ਇਹੀ ਕਾਰਨ ਸੀ, ਇਹੀ ਤਰੀਕਾ ਸੀ ਜਿਸ ਦੇ ਤਹਿਤ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਬਤੀਤ ਕੀਤੇ। ਉਹਨਾਂ ਨੇ ਦੁਨਿਆਵੀ ਕੰਮਕਾਰ ਵੀ ਨਹੀਂ ਛੱਡੇ। ਬੇਸ਼ੱਕ ਉਹ ਗੁਰੂ ਨਾਨਕ ਸਾਹਿਬ ਦਾ ਖੇਤੀ ਕਰਨਾ ਹੋਵੇ ਤੇ ਬੇਸ਼ੱਕ ਗੁਰੂ ਗੋਬਿੰਦ ਸਾਹਿਬ ਦਾ ਆਪਣੇ ਧਰਮ ਨੂੰ ਬਚਾਉਣ ਖਾਤਰ, ਮਨੁੱਖਤਾ ਖਾਤਰ ਜੰਗਾਂ ਲੜਨਾ ਹੋਵੇ, ਉਹਨਾਂ ਨੇ ਉਹ ਦੁਨਿਆਵੀ ਕਾਰਜ ਵੀ ਕੀਤੇ, ਪਰ ਆਪਣੇ ਮਨ ਇਸ ਪ੍ਰਕਾਰ ਦੇ ਬਣਾਏ ਹੋਏ ਸਨ ਕਿ ਪਰਮਾਤਮਾ ਦਾ ਨਾਮ ਸਦਾ ਹੀ ਜਪਦੇ ਰਹਿੰਦੇ ਸਨ। ਉਹਨਾਂ ਸ਼ਖਸੀਅਤਾਂ ਵਰਗੇ ਅਸੀਂ ਬਣ ਜਾਈਏ, ਇਹ ਕਲਪਨਾ ਕਰਨੀ ਤੇ ਔਖੀ ਹੈ, ਪਰ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ। ਪਰਮਾਤਮਾ ਦੀ ਕਿਰਪਾ ਹੋਈ ਤੇ ਅਸੀਂ ਨੇੜੇ ਤੇੜੇ ਜ਼ਰੂਰ ਪਹੁੰਚ ਸਕਦੇ ਹਾਂ। ਸੋ ਇਸੇ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।